हाँ जी, अज के केसां की गल करिए तो अज जोड़े न्यू केस आए हैं इटली दे विच सब तो पहला आपां तुहानूं अपडेट दईए इटली की। तो इटली दे विच अज 26,824 अज नवे केस एंटर होए आ ते जिहड़ी अज डैथ हुई है 380 जणियां की अज डैथ हुई आ। ते हुण तक जिहड़ियां कोविड के करके करोना वायरस के करके जिहड़ियां डैथां हुई इटली दे विच 1,15,64 बंदे की डैथ हो चुकी है। तो टोटल केसां की गल करिए हुण तक जिहड़े टोटल केस आ ਉਹ ਹੋ ਚੁੱਕੀਆਂ 31,75,807 ਟੋਟਲ ਕੇਸ ਹੋ ਚੁੱਕੇ ਆ। ਅਤੇ ਇਹਦੇ ਵਿੱਚੋਂ ਜਿਹੜੇ ਠੀਕ ਹੋਏ ਆ 25,64,926 ਬੰਦਾ ਠੀਕ ਹੋ ਚੁੱਕੇ ਆ। ਅਤੇ ਜਿਹੜੇ ਹੁਣ ਐਕਟਿਵ ਕੇਸ ਆ ਉਹ ਹੁਣ ਵੱਧ ਕੇ ਹੋ ਚੁੱਕੇ ਆ 5,93,117 ਇਸ ਟਾਈਮ ਐਕਟਿਵ ਕੇਸਾਂ ਦੀ ਗਿਣਤੀ ਹੋ ਚੁੱਕੀ ਆ ਵੱਧ ਕੇ। ਅਤੇ ਜਿਹੜੇ ਸੀਰੀਅਸ ਕੰਡੀਸ਼ਨ ਦੇ ਵਿੱਚ ਆ ਉਹ ਗਿਣਤੀ ਵੀ ਵਧੀਆ ਜਿਹੜੇ ICU ਦੇ ਵਿੱਚ ਐਡਮਿਟ ਆ ਉਹਨਾਂ ਦੀ ਵੀ ਹੁਣ ਗਿਣਤੀ ਵਧੀ ਆ ਉਹ ਵੱਧ ਕੇ ਹੋ ਚੁੱਕੀ ਆ 2,914 2,914 ਬੰਦੇ ਉਹ ਹੋ ਚੁੱਕੇ ਆ ਜਿਹੜੇ ਸੀਰੀਅਸ ਕੰਡੀਸ਼ਨ ਦੇ ਵਿੱਚ ਆ। ਅਤੇ ਹੁਣ ਇਸ ਤੋਂ ਬਾਅਦ ਚੱਲਦੇ ਹਾਂ ਜੀ ਆਪਾਂ ਨੈਕਸਟ ਅਪਡੇਟ ਵੱਲ। ਜਿਵੇਂ ਕਿ ਹੁਣ ਜਿਹੜੇ ਹਾਲਾਤ ਆ ਜੀ ਉਹ ਹੁਣ ਖਰਾਬ ਹੋ ਰਹੇ ਆ। ਜਿਵੇਂ ਅੱਜ ਵੀ ਜਿਹੜੇ ਕੇਸ ਆ 25,000 ਤੋਂ ਪਾਰ ਅੱਜ ਇਟਲੀ ਦੇ ਵਿੱਚ ਜਿਹੜੇ ਨਿਊ ਕੇਸ ਆਏ ਆ। ਤਾਂ ਇਹਦੇ ਕਰਕੇ ਜਿਵੇਂ ਕਿ ਹੁਣ ਸੋਮਵਾਰ 'ਤੇ ਜਿਵੇਂ ਅਪਡੇਟ ਆ ਰਹੀ ਹੈ ਵੀ ਸੋਮਵਾਰ 'ਤੇ ਜਿਹੜੀ ਸਾਰੀ ਇਟਲੀ ਦੇ ਵਿੱਚ ਹੀ ਚੇਂਜਿੰਗਾਂ ਹੋ ਸਕਦੀਆਂ ਵੀ ਜਿਹੜੇ ਜ਼ੋਨ ਆ ਉਹ ਬਦਲ ਸਕਦੇ ਆ ਵੀ ਇੱਕ ਹੀ ਸਿਰਫ ਹੀ ਯੈਲੋ ਜ਼ੋਨ ਬਚੂਗਾ ਜਿਹੜਾ ਪੀਲੇ ਜ਼ੋਨ 'ਚ ਹੋਊਗਾ ਵੀ ਉਹ ਸਿਚੀਲੀਆ ਰਹਿ ਸਕਦਾ। ਬਾਕੀ ਜਿਹੜੇ ਹੋਰ ਜ਼ੋਨ ਹੋਣਗੇ ਜੀ ਰੈੱਡ ਜ਼ੋਨ ਦੇ ਵਿੱਚ ਐਂਟਰੀ ਕਰਨਗੇ ਜਾਂ ਫਿਰ ਅਰਾਂਚੋ ਜ਼ੋਨ ਦੇ ਵਿੱਚ ਐਂਟਰੀ ਕਰਨਗੇ ਕਿ ਸਿਰਫ ਜਿਹੜਾ ਯੈਲੋ ਜ਼ੋਨ ਆ ਜੀ ਉਹ ਸਿਰਫ ਇੱਕ ਸਿਚੀਲੀਆ ਹੀ ਬਚੂਗਾ। ਅਤੇ ਗੱਲ ਕਰੀਏ ਜੀ ਆਪਾਂ ਲੋਂਬਾਰਦੀਆ ਦੀ ਤਾਂ ਲੋਂਬਾਰਦੀਆ ਵੀ ਜਿਹੜਾ ਕਿ ਹੁਣ ਰੈੱਡ ਜ਼ੋਨ ਦੇ ਵਿੱਚ ਸ਼ਾਮਲ ਹੋ ਸਕਦਾ ਜੀ ਸੋਮਵਾਰ ਤੋਂ। ਵੀ ਜਿਹੜੀ ਹੁਣ ਅਪਡੇਟ ਕੁਛ ਆਉਣ ਤੋਂ ਰਹਿੰਦੀ ਹੈ ਹਜੇ ਕਨਫਰਮ ਅਪਡੇਟ ਨਹੀਂ ਹੈਗੀ ਵੀ ਤਕਰੀਬਨ 80 ਤੋਂ ਹੀ 70% ਵੀ ਚਾਂਸ ਪੂਰੇ ਆ ਵੀ ਜਿਹੜੇ ਰੈੱਡ ਜ਼ੋਨ ਦੇ ਵਿੱਚ ਕਾਫੀ ਜ਼ਿਆਦਾ ਰਿਜ਼ੋਨੇ ਹੁਣ ਮੁੜ ਕੇ ਜਾਣਗੇ। ਅਤੇ ਜਿਹੜੇ ਕੁਛ ਏਰੀਏ ਜਿਵੇਂ ਕਲਾਬਰੀਆ ਬਾਰੇ ਵੀ ਗੱਲ ਹੋ ਰਹੀ ਆ ਵੀ ਜਿਵੇਂ ਯੈਲੋ ਜ਼ੋਨ ਤੋਂ ਸਿੱਧਾ ਹੀ ਉਹਨਾਂ ਨੂੰ ਹੁਣ ਰੈੱਡ ਜ਼ੋਨ ਦੇ ਵਿੱਚ ਉਹ ਐਂਟਰੀ ਕਰ ਸਕਦਾ। ਅਤੇ ਜਿਹੜੇ ਯੈਲੋ ਜ਼ੋਨ ਤੋਂ ਸਿੱਧੇ ਕੁਛ ਜਿਹੜੇ ਸਟੇਟਸ ਹੋਣਗੀਆਂ ਦਾ ਹੀ ਉਹ ਰੈੱਡ ਜ਼ੋਨ ਦੇ ਵਿੱਚ ਉਹਨਾਂ ਨੇ ਡਾਇਰੈਕਟ ਵੀ ਕਰ ਦੇਣੀ ਆ। ਅਤੇ ਜਿਹੜੇ ਰੈੱਡ ਜ਼ੋਨ ਦੇ ਵਿੱਚ ਹੁਣ ਐਂਟਰੀ ਕਰ ਸਕਦੇ ਆ ਜੀ ਸੋਮਵਾਰ ਤੋਂ ਉਹ ਸਭ ਤੋਂ ਪਹਿਲਾਂ ਤਾਂ ਆਪਣੇ ਜਿਵੇਂ ਤੁਹਾਨੂੰ ਦੱਸਿਆ ਜੀ ਲੋਂਬਾਰਦੀ ਆ ਅਤੇ ਉਸ ਦੇ ਨਾਲ ਹੀ ਪਮੋਂਤੇ ਅਤੇ ਏਮੀਲੀਆ ਰੋਮਾਨੀਆ ਅਤੇ ਜੂਲੀਆ ਅਤੇ ਮਾਰਕੇ ਅਤੇ ਤਰੈਂਤੋ ਇਹ ਏਰੀਏ ਜਿਹੜੇ ਕਿ ਹੁਣ ਸੋਮਵਾਰ ਤੋਂ ਹੀ ਰੈੱਡ ਜ਼ੋਨ ਦੇ ਵਿੱਚ ਐਂਟਰੀ ਕਰਨਗੇ। ਜਿਵੇਂ ਹੀ ਗੱਲ ਕਰੀਏ ਆਪਾਂ DPCM ਦੇ ਹਿਸਾਬ ਦੇ ਨਾਲ ਵੀ ਜਿਵੇਂ ਇੱਕ ਹਫ਼ਤੇ ਦੇ ਵਿੱਚ ਜਿਹੜੀ ਸਟੇਟ ਦੇ ਵਿੱਚ ਜਿਹੜੇ ਰਿਜ਼ੋਨੇ ਦੇ ਵਿੱਚ ਵੀ 250 ਕੇਸ ਹਫ਼ਤੇ ਦੇ 1 ਲੱਖ ਪਿੱਛੇ ਹੀ 250 ਕੇਸ ਆਉਂਦੇ ਆ ਤਾਂ ਹੀ ਉਹ ਸਟੇਟ ਸਿੱਧੀ ਵੀ ਰੈੱਡ ਜ਼ੋਨ ਦੇ ਵਿੱਚ ਐਂਟਰੀ ਕਰੂਗੀ। ਅਤੇ ਇਹ ਜਿਹੜੀਆਂ ਪਾਬੰਦੀਆਂ ਜੀ ਜਿਵੇਂ 15 ਮਾਰਚ ਤੋਂ ਲੈ ਕੇ ਵੀ ਪਾਸਕੋ ਦੇ ਵਿੱਚ ਵੀ ਜਿਹੜੀਆਂ ਇੱਦਾਂ ਹੀ ਪਾਬੰਦੀਆਂ ਹੋਣਗੀਆਂ ਵੀ ਉਹ ਦਿਨਾਂ ਦੇ ਵਿੱਚ ਵੀ ਲੋਕਾਂ ਨੂੰ ਜਿਹੜੀ ਛੂਟ ਆਈ ਉਹ ਮਿਲਣੀ ਨਹੀਂ ਹੈਗੀ। ਵੀ ਜਿਵੇਂ ਹੁਣ ਜਿਹੜੀ ਸਿਚੁਏਸ਼ਨ ਆਈ ਮੁੜ ਕੇ ਵੀ ਰੈੱਡ ਅਲਰਟ ਵੱਲ ਹੀ ਜਾ ਰਹੀ ਆ ਵੀ ਜਿਵੇਂ ਕੇਸ ਹੁਣ ਵੱਧ ਰਹੇ ਆ ਤਾਂ ਹੁਣ ਸਰਕਾਰ ਵੀ ਜਿਹੜੀ ਥੋੜ੍ਹੀ ਜਿਹੀ ਐਕਟਿਵ ਹੋ ਕੇ ਜਿਹੜੇ ਰੂਲ ਆ ਜੀ ਉਹਨਾਂ ਨੂੰ ਹੋਰ ਸਟਰੋਂਗ ਕਰ ਸਕਦੀ ਹੈ। ਜਿਵੇਂ ਕਿ ਜਿਹੜੀ ਸਿਚੁਏਸ਼ਨ ਦੇ ਹਿਸਾਬ ਨਾਲ ਹੋਊਗਾ ਜੀ ਹੁਣ ਜਿਵੇਂ ਮੁੜ ਕੇ ਸਾਰੇ ਹੁਣ ਇਟਲੀ ਦੀਆਂ ਗੱਲਾਂ ਹੋ ਰਹੀਆਂ ਵੀ ਰੈੱਡ ਜ਼ੋਨ ਵੀ ਹੋ ਸਕਦਾ ਅਤੇ ਇਹ ਸਾਰਾ ਹੀ ਵੀ ਸਹੀ ਆ ਵੀ ਜਿਹੜੀਆਂ ਕਾਫੀ ਜ਼ਿਆਦਾ ਸਟੇਟਸ ਆ ਤਾਂ ਹੀ ਉਹ ਹੁਣ ਵੀ ਯੈਲੋ 'ਚ ਸਿਰਫ ਹੀ ਇੱਕ ਜਿਵੇਂ ਆਪਾਂ ਨੇ ਤੁਹਾਨੂੰ ਦੱਸਿਆ ਵੀ ਸਿਚੀਲੀਆ ਸਟੇਟ ਆ ਜਿਹੜੀ ਉਹੀ ਬਚੂਗੀ ਅਤੇ ਬਾਕੀ ਜਿਹੜੀਆਂ ਹੋਣਗੀਆਂ ਸਟੇਟਸ ਤਾਂ ਹੀ ਉਹ ਰੈੱਡ ਅਤੇ ਅਰਾਂਚੋ ਜ਼ੋਨ ਦੇ ਵਿੱਚ ਐਂਟਰੀਆਂ ਕਰਨਗੀਆਂ। ਅਤੇ ਹੁਣ ਇਸ ਤੋਂ ਬਾਅਦ ਚੱਲਦੇ ਹਾਂ ਜੀ ਆਪਾਂ ਨੈਕਸਟ ਅਪਡੇਟ ਵੱਲ ਜਿਹੜੀ ਕਿ ਵੈਕਸੀਨ ਦੇ ਨਾਲ ਰਿਲੇਟਡ ਆ ਵੀ ਜਿਹੜੀ ਕਿ ਵੈਕਸੀਨ ਹੈਗੀ ਆ ਜੀ ਐਸਟਰਾਜੈਨੇਕਾ ਵਾਲਿਆਂ ਦੀ ਤਾਂ ਉਹ ਵੈਕਸੀਨ ਨੂੰ ਹੀ ਹੁਣ ਰੋਕ ਦਿੱਤਾ ਗਿਆ ਵੀ ਉਹਦੀ ਜਿਹੜੀ ਡੋਜ਼ ਆਈ ਉਹ ਹੁਣ ਵਰਤਣੀ ਰੋਕ ਦਿੱਤੀ ਗਈ ਆ ਕਿਉਂਕਿ ਇੱਕ ਦੱਸਿਆ ਜਾ ਰਿਹਾ ਵੀ ਇੱਕ ਆਰਮੀ ਦਾ ਜਿਹੜਾ ਆਫਿਸਰ ਆ ਤਾਂ ਜੀ ਉਹਦੀ ਡੈਥ ਹੋਈ ਆ ਅਤੇ ਉਹਦੇ ਕਰਕੇ ਵੀ ਜਿਹੜੀ ਉਹਨਾਂ ਦੀ ਵੈਕਸੀਨ ਆਈ ਐਸਟਰਾਜੈਨੇਕਾ ਵਾਲਿਆਂ ਦੀ ਵੀ ਉਹ ਵੈਕਸੀਨ ਨੂੰ ਹੁਣ ਵਰਤੋਂ ਦੇ ਵਿੱਚ ਲਿਆਉਣ ਤੋਂ ਵੀ ਹਜੇ ਕੁਛ ਟਾਈਮ ਦੇ ਲਈ ਰੋਕਿਆ ਗਿਆ ਵੀ ਦੱਸਿਆ ਜਾ ਰਿਹਾ ਵੀ ਉਹ ਵੈਕਸੀਨ ਦੇ ਨਾਲ ਹੀ ਜਿਹੜੀ ਡੈਥ ਹੋਈ ਆ ਵੀ ਜਿਹੜਾ ਉਹਦਾ ਸਾਈਡ ਇਫੈਕਟ ਆਈ ਉਹ ਵੈਕਸੀਨ ਦੇ ਨਾਲ ਹੀ ਦੱਸਿਆ ਜਾ ਰਿਹਾ ਵੀ ਵੈਕਸੀਨ ਦੇ ਨਾਲ ਇਸ ਤੋਂ ਪਹਿਲਾਂ ਵੀ ਇੱਕ ਬੰਦੇ ਦੀ ਡੈਥ ਹੋਈ ਸੀਗੀ ਵੀ ਉਹ ਵੀ ਇਹੀ ਵੈਕਸੀਨ ਦੇ ਨਾਲ ਡੈਥ ਹੋਈ ਸੀਗੀ। ਅਤੇ ਇਹ ਇਕੱਲੀ ਇਟਲੀ ਤੋਂ ਇਲਾਵਾ ਕੁਛ ਹੋਰ ਕੰਟਰੀਆਂ ਜਿਹੜੀਆਂ ਜਿਵੇਂ ਕਿ ਡੈਨਮਾਰਕ ਅਤੇ ਨੌਰਵੇ ਅਤੇ ਆਈਸਲੈਂਡ ਅਤੇ ਜਿਹੜੇ ਇਹ ਦੇਸ਼ ਆ ਜੀ ਇਹਦੇ ਵਿੱਚ ਵੀ ਜਿਹੜੀ ਇਹ ਵੈਕਸੀਨ ਦੀ ਵਰਤੋਂ ਆ ਵੀ ਉਹਨੂੰ ਰੋਕਿਆ ਗਿਆ ਕਿਉਂਕਿ ਦੱਸਿਆ ਜਾ ਰਿਹਾ ਵੀ ਜਿਹੜੀ ਪਹਿਲੀ ਡੋਜ਼ ਲੈਣ ਤੋਂ ਬਾਅਦ ਜਿਹੜੀ ਕਿ ਕੁਛ ਲੋਕਾਂ ਦੀ ਡੈਥ ਹੋਈ ਆ ਇੱਥੇ ਵੀ ਅਤੇ ਉਹਦੇ ਕਰਕੇ ਹੁਣ ਇਹ ਵੈਕਸੀਨ ਦੀ ਜਿਹੜੀ ਵਰਤੋਂ ਆਈ ਉਹਨੂੰ ਬਿਲਕੁਲ ਬੰਦ ਕਰ ਦਿੱਤਾ ਗਿਆ ਵੀ ਹੁਣ ਕਾਰਵਾਈ ਚੱਲ ਰਹੀ ਆ ਵੀ ਵਾਕਿਆ ਹੀ ਵੀ ਇਹ ਵੈਕਸੀਨ ਦੇ ਨਾਲ ਲੋਕਾਂ ਦੀ ਡੈਥ ਹੋਈ ਆ ਅਤੇ ਉਸ ਤੋਂ ਬਾਅਦ ਹੀ ਜਿਹੜਾ ਪਤਾ ਲੱਗੂਗਾ ਵੀ ਕਿਆ ਸਿੱਟਾ ਨਿਕਲਦਾ।
ਅਤੇ ਹੁਣ ਇਸ ਤੋਂ ਬਾਅਦ ਹੀ ਚੱਲਦੇ ਹਾਂ ਆਪਾਂ ਨੈਕਸਟ ਅਪਡੇਟ ਵੱਲ। ਜਿਵੇਂ ਕਿ ਹੁਣ ਮਾਸਕ ਆਈ ਉਹਦਾ ਤੁਹਾਨੂੰ ਦੱਸੀਏ, ਥੋੜ੍ਹੀ ਜਿਹੀ ਇਨਫੋਰਮੇਸ਼ਨ ਦਈਏ ਵੀ ਜਿਵੇਂ ਹੁਣ ਮਾਸਕ ਦੀ ਆਪਾਂ ਵਰਤੋਂ ਕਰਦੇ ਹਾਂ ਵੀ 2020 ਦੇ ਵਿੱਚ ਕਿੰਨੇ ਲੋਕਾਂ ਨੇ ਵੀ ਇਹਦੇ 'ਤੇ ਕਿੰਨੀ ਜ਼ਿਆਦਾ ਵੀ ਪੈਸਾ ਖਰਚ ਕੀਤਾ ਹੈ, ਅਤੇ ਉਹਦੇ ਬਾਰੇ ਤੁਹਾਨੂੰ ਅਪਡੇਟ ਦਿੰਦੇ ਹਾਂ ਜੀ। 2020 ਦੀ ਅਪਡੇਟ ਤੁਹਾਨੂੰ ਦਿੰਦੇ ਹਾਂ। 2020 ਦੇ ਵਿੱਚ ਹੀ 164 ਮਿਲੀਅਨ ਦਾ ਖਰਚਾ ਹੋਇਆ ਜੀ, ਜਿਹੜਾ ਸਿਰਫ ਉਹ ਮਾਸਕਾਂ 'ਤੇ ਹੋਇਆ। 164 ਮਿਲੀਅਨ ਐਰੋ ਦਾ ਖਰਚਾ ਕੀਤਾ ਜੀ ਲੋਕਾਂ ਨੇ ਮਾਸਕ ਲੈਣ ਦੇ ਲਈ, ਵੀ ਮਾਸਕ ਲੱਤੇ ਆ ਜੀ ਲੋਕਾਂ ਨੇ 164 ਮਿਲੀਅਨ ਦੇ। ਅਤੇ ਗੱਲ ਕਰੀਏ 2019 ਦੇ ਨਾਲੋਂ 2020 ਦੇ ਵਿੱਚ ਵਧੇ ਆ ਜੀ 1125% ਵੀ ਵਧੇ ਆ ਜੀ 2019 ਦੇ ਨਾਲੋਂ। ਵੀ 2020 ਦੇ ਵਿੱਚ 164 ਮਿਲੀਅਨ ਦਾ ਹੀ ਸਿਰਫ ਜਿਹੜਾ ਪੈਸਾ ਲੋਕਾਂ ਦਾ ਫਜ਼ੂਲ ਗਿਆ, ਵੀ ਖਰਚਾ ਕੀਤਾ ਜਿਹੜਾ ਕਿ ਉਹ ਮਾਸਕ ਲੈਣ 'ਤੇ ਕੀਤਾ ਗਿਆ ਜੀ। 164 ਮਿਲੀਅਨ ਦਾ ਖਰਚਾ ਸਿਰਫ ਮਾਸਕਾਂ 'ਤੇ ਹੋਇਆ। ਬਾਕੀ ਜੇ ਆਪਾਂ ਜੀ ਸੈਨੇਟਾਈਜ਼ਰਾਂ ਦੀ ਗੱਲ ਕਰੀਏ ਤਾਂ ਜੀ ਉਹ ਵੱਖਰਾ ਹੈ, ਵੀ ਕਿੰਨੇ ਦੁਨੀਆ ਦੇ ਵਿੱਚ ਸਾਰੇ ਵਰਲਡ ਦੇ ਵਿੱਚ ਸੈਨੇਟਾਈਜ਼ ਹੋਏ ਤਾਂ ਮਾਸਕਰ ਹੋਏ। ਤਾਂ ਜੀ ਇਹ ਆਪਾਂ ਇਕੱਲੀ ਤੇ ਜਿਹੜੀ ਤੁਹਾਨੂੰ ਅਪਡੇਟ ਦਿੱਤੀ ਹੈ ਜੀ, ਇਹ ਇਕੱਲੀ ਇਟਲੀ ਦੀ ਅਪਡੇਟ ਦਿੱਤੀ ਹੈ। ਜੇ ਆਪਾਂ ਵਰਲਡ ਲੈਵਲ 'ਤੇ ਦੇਖੀਏ ਤਾਂ ਤੁਸੀਂ ਆਪੇ ਹਿਸਾਬ ਲਾ ਲਓ ਜੀ, ਤੁਸੀਂ ਆਪਣੇ ਆਪ ਹੀ ਐਸਟੀਮੇਟ ਲਾ ਸਕਦੇ ਆ ਵੀ ਜਿਹੜੇ ਸੈਨੇਟਾਈਜ਼ਰ ਹੋਏ, ਗੁਹਾਂਤੀਆਂ ਹੋਈਆਂ, ਅਤੇ ਜਿਨ੍ਹਾਂ ਨੂੰ ਕੋਈ ਪੁੱਛਦਾ ਨਹੀਂ ਤਾਂ ਹੁੰਦਾ ਜੀ। ਕਰੋਨਾ ਤੋਂ ਪਹਿਲਾਂ ਵੀ ਇਹ ਸਿਰਫ ਗੱਲ ਕਰੀਏ ਜੀ ਆਪਾਂ ਅਲਕੋਹਲ ਦੀ, ਉਹ ਦੇਖੀਏ ਤਾਂ ਅਲਕੋਹਲ 50 ਸੈਂਟ ਨੂੰ ਮਿਲ ਜਾਂਦਾ ਹੁੰਦਾ ਸੀਗਾ ਜੀ। ਹੁਣ ਜਿਹੜੀ ਬੋਤਲ ਆਈ ਉਹ 1.5 ਐਰੋ ਥਾਈਂ ਹੋਈ ਪਈ ਆ। ਵੀ ਕਾਫੀ ਜ਼ਿਆਦਾ ਜਿਹੜਾ ਲੋਕਾਂ ਦਾ ਖਰਚਾ ਹੋਇਆ ਜੀ ਸੈਨੇਟਾਈਜ਼ਰ ਅਤੇ ਮਾਸਕਾਂ 'ਤੇ ਉੱਤੇ ਕਾਫੀ ਜ਼ਿਆਦਾ 2020 ਦੇ ਵਿੱਚ ਪੈਸੇ ਲੋਕਾਂ ਨੇ ਖਰਚ ਕੀਤੇ ਆ ਜੀ ਮਾਸਕਾਂ 'ਤੇ। ਅਤੇ ਜਿਹੜੀਆਂ ਕੁਛ ਕੰਟਰੀਆਂ ਜੀ ਜਿਵੇਂ ਜੇ ਜਰਮਨ ਦੇ ਵਿੱਚ ਵੀ ਹੋਇਆ, ਆਸਟਰੀਆ ਦੇ ਵਿੱਚ ਵੀ ਹੋਇਆ, ਅਤੇ ਹੁਣ ਇਟਲੀ ਦੇ ਵਿੱਚ ਵੀ ਜਿਵੇਂ ਆਪਣੇ ਲਈ ਮਾਸਕ ਜ਼ਰੂਰੀ ਆ ਜਦੋਂ ਆਪਣੇ ਘਰ ਤੋਂ ਬਾਹਰ ਜਾਣਾ ਹੈ। ਤਾਂ ਚਲੋ ਮੈਂ ਤੁਹਾਨੂੰ ਐਂ ਨਹੀਂ ਕਹਿ ਰਹੇ ਜੀ ਆਪਾਂ ਨੇ ਜਿਹੜੀ ਤੁਹਾਨੂੰ ਅਪਡੇਟ ਦਿੱਤੀ ਹੈ ਜੀ ਉਹ ਸਿਰਫ ਖਰਚੇ ਦੀ ਅਪਡੇਟ ਦਿੱਤੀ ਹੈ, ਵੀ ਕਿੰਨਾ ਲੋਕਾਂ ਨੇ ਪੈਸਾ ਲਗਾਇਆ ਜੀ ਮਾਸਕਾਂ ਦੇ ਉੱਤੇ। ਅਤੇ ਇਹਦੇ ਨਾਲੋਂ ਜੇ ਆਪਾਂ ਨਹੀਂ ਮਾਸਕ ਪਾਉਂਦੇ ਤਾਂ ਆਪਾਂ ਨੂੰ ਜੁਰਮਾਨੇ ਹੁੰਦੇ ਆ, ਵੀ ਆਪਾਂ ਨੂੰ ਹੋਰ ਵੱਧ ਟਨ ਦੇਣਾ ਪੈਂਦਾ। ਅਤੇ ਇਹਦੇ ਪੈਸਾ ਵੀ ਉੱਥੇ ਕਿਆ ਕਰੂਗਾ ਜੀ ਜਿੱਥੇ ਬੰਦੇ ਦੀ ਜਾਨ ਨੂੰ ਰਿਸਕ ਹੋਵੇ। ਮਾਸਕ ਜ਼ਰੂਰੀ ਹੈ ਵੀ, ਚਲੋ ਪੈਸਾ ਵੀ ਜ਼ਿਆਦਾ ਜ਼ਰੂਰੀ ਨਹੀਂ ਹੈਗਾ, ਬੰਦੇ ਦੀ ਸਿਹਤ ਪਹਿਲਾਂ, ਉਸ ਤੋਂ ਬਾਅਦ ਪੈਸਾ ਬਾਅਦ 'ਚੋਂ। ਜੇ ਬੰਦੇ ਦੀ ਸਿਹਤ ਠੀਕ ਹੋਊਗੀ ਤਾਂ ਬੰਦਾ ਪੈਸੇ ਕਮਾਊਗਾ। ਅਤੇ ਇਹ 164 ਮਿਲੀਅਨ ਸਿਰਫ ਇਟਲੀ ਦੇ ਵਿੱਚ ਲਗਾਏ ਗਏ ਆ ਜੀ ਲੋਕਾਂ ਵੱਲੋਂ ਪੈਸਾ, ਜਿਹੜਾ ਕਿ ਮਾਸਕਾਂ ਦੇ ਉੱਤੇ ਉਹਨਾਂ ਨੇ ਇੰਨੇ ਜ਼ਿਆਦਾ ਇਟਲੀ ਦੇ ਵਿੱਚ ਮਾਸਕਾਂ ਦੀ ਵਿਕਰੀ ਹੋਈ ਆ। ਅਤੇ ਹੁਣ ਇਸ ਤੋਂ ਬਾਅਦ ਚੱਲਦੇ ਹਾਂ ਜੀ ਨੈਕਸਟ ਅਪਡੇਟ ਵੱਲ, ਜਿਹੜੀ ਕਿ ਅਪਡੇਟ ਆ ਜੀ ਉਹ ਗਰੀਸ ਤੋਂ ਆ ਰਹੀ ਹੈ। ਅਤੇ ਹੁਣ ਗਰੀਸ ਦੇ ਵਿੱਚ ਵੀ ਜਿਹੜੀ ਸਿਚੁਏਸ਼ਨ ਆ ਜੀ ਉਹ ਠੀਕ ਹੋ ਰਹੀ ਆ ਜੀ ਕੋਵਿਡ ਦੇ ਕਰਕੇ। ਅਤੇ ਉੱਥੇ ਜਿਵੇਂ ਹੁਣ ਲੋਕਡਾਊਨ ਆ ਜੀ, ਸਾਰੇ ਕਿਤੇ ਹੀ ਲੋਕਡਾਊਨ ਚੱਲ ਰਿਹਾ। ਅਤੇ ਦੱਸਿਆ ਜਾ ਰਿਹਾ ਵੀ ਜਿਹੜਾ ਕਿ ਹੁਣ ਮਈ ਮਹੀਨੇ ਤੋਂ ਉੱਥੇ ਖੁੱਲ੍ਹ ਦਿੱਤੀ ਜਾਊਗੀ, ਵੀ ਜੇ ਤੁਸੀਂ ਗਰੀਸ ਦੇ ਵਿੱਚ ਐਂਟਰੀ ਕਰਨੀ ਹੈ ਸਮਰ ਦੇ ਵਿੱਚ, ਛੁੱਟੀਆਂ ਮਨਾਉਣ ਜਾਣਾ ਜਾਂ ਉੱਥੇ ਮਾਰਿਆਂ 'ਤੇ ਜਾਣਾ ਤਾਂ ਤੁਸੀਂ ਜਾ ਸਕਦੇ ਆ। ਪਰ ਜਿਹੜੀ ਜਦੋਂ ਤੁਸੀਂ ਐਂਟਰੀ ਕਰਨੀ ਆ ਤਾਂ ਤੁਹਾਡੇ ਪਰ ਜਿਹੜੀ ਰਿਪੋਰਟ ਹੋਣੀ ਚਾਹੀਦੀ ਹੈ ਜੀ ਕੋਵਿਡ ਦੀ, ਜਿਹੜੀ ਕਿ ਨੈਗੇਟਿਵ ਰਿਪੋਰਟ ਤੁਹਾਡੇ ਕੋਲ ਹੋਣੀ ਚਾਹੀਦੀ ਆ, ਤਾਂ ਹੀ ਜਿਹੜੀ ਤੁਹਾਨੂੰ ਐਂਟਰੀ ਮਿਲ ਸਕਦੀ ਆ। ਅਤੇ ਦੱਸਿਆ ਜਾ ਰਿਹਾ ਜੀ ਮਈ ਮਹੀਨੇ ਤੋਂ ਓਪਨ ਕੀਤਾ ਜਾਊਗਾ ਜੀ ਗਰੀਸ ਨੂੰ ਵੀ, ਇਹ ਟੂਰਿਸਟ ਦੇ ਲਈ। ਅਤੇ ਹੁਣ ਇਸ ਤੋਂ ਬਾਅਦ ਹੀ ਗੱਲ ਕਰੀਏ ਯੂਕੇ ਦੀ, ਤਾਂ ਯੂਕੇ ਦੇ ਵਿੱਚ ਜਿਹੜੇ ਹੁਣ ਕੇਸ ਐਂਟਰ ਹੋਏ ਆ ਜੀ ਅੱਜ ਤਾਂ ਹੀ 6600 ਨਵੇਂ ਕੇਸ ਐਂਟਰ ਹੋਏ ਆ ਅਤੇ 175 ਲੋਕਾਂ ਦੀ ਡੈਥ ਹੋਈ ਆ। ਅਤੇ ਇਸ ਤੋਂ ਬਾਅਦ ਹੀ ਜਰਮਨ ਦੀ ਗੱਲ ਕਰੀਏ ਤਾਂ ਜਰਮਨ ਦੇ ਵਿੱਚ ਜਿਹੜੇ ਨਿਊ ਕੇਸ ਐਂਟਰ ਹੋਏ ਆ ਜੀ 6957 ਕੇਸ ਐਂਟਰ ਹੋਏ ਆ ਅਤੇ 108 ਲੋਕਾਂ ਦੀ ਡੈਥ ਹੋਈ ਆ। ਅਤੇ ਇੱਥੇ ਜਿਹੜੇ ਯੂਕੇ ਦੇ ਵਿੱਚ ਐਕਟਿਵ ਕੇਸ ਆ ਤਾਂ ਹੀ ਉਹ ਹੈਗੇ ਆ 6,98,851 ਜਿਹੜੇ ਯੂਕੇ ਦੇ ਵਿੱਚ ਐਕਟਿਵ ਕੇਸ ਆ। ਅਤੇ ਗੱਲ ਕਰੀਏ ਜਰਮਨ ਦੀ ਤਾਂ ਜਰਮਨ ਦੇ ਵਿੱਚ ਹੈਗੇ ਆ ਜੀ 1,34,199 ਜਿਹੜੇ ਐਕਟਿਵ ਕੇਸ ਆ। ਜੇ ਗੱਲ ਕਰੀਏ ਆਪਾਂ ਯੂਕੇ ਦੀ ਤਾਂ ਯੂਕੇ ਦੇ ਵਿੱਚ ਹਜੇ ਕਾਫੀ ਜ਼ਿਆਦਾ ਜਿਹੜੇ ਐਕਟਿਵ ਕੇਸ ਆ, ਅਤੇ ਉਹਦੇ ਕਰਕੇ ਥੋੜ੍ਹੀ ਜਿਹੀ ਸਰਕਾਰ ਹੁਣ ਢਿੱਲ ਤਾਂ ਦੇ ਰਹੀ ਆ, ਪਰ ਫਿਰ ਵੀ ਜਿਹੜੇ ਐਕਟਿਵ ਕੇਸਾਂ ਨੂੰ ਦੇਖੀਏ ਜੀ ਆਪਾਂ ਵੀ ਐਕਟਿਵ ਕੇਸ ਜਿਹੜੇ ਕਾਫੀ ਜ਼ਿਆਦਾ ਹੈ। ਅਤੇ ਇਟਲੀ ਦੇ ਵਿੱਚ ਜਿਵੇਂ ਆਪਾਂ ਨੇ ਤੁਹਾਨੂੰ ਦੱਸਿਆ ਜੀ ਐਕਟਿਵ ਕੇਸ ਹੋ ਚੁੱਕੇ ਆ ਜੀ 5 ਲੱਖ ਤੋਂ ਉੱਪਰ ਇਟਲੀ ਦੇ ਵਿੱਚ ਵੀ ਹੋ ਚੁੱਕੇ ਆ। ਤਾਂ ਹੀ ਜਿਹੜੇ ਕਿ ਮੁੜ ਕੇ ਹੁਣ ਰੈੱਡ ਜ਼ੋਨ ਫੇਰ ਤੋਂ ਆ ਸਕਦਾ, ਵੀ ਜਿਹੜੀ ਸਿਚੁਏਸ਼ਨ ਆ ਉਹ ਫੇਰ ਤੋਂ ਖ਼ਰਾਬ ਹੋ ਰਹੀ ਆ। ਅਤੇ ਜਿਵੇਂ ਟੈਸਟ ਤੋਂ ਚਲੋ ਵੱਧ ਹੋਣ ਦੇ ਕਰਕੇ ਵੀ ਜਿਹੜੇ ਕੇਸ ਵੱਧ ਆ ਰਹੇ ਆ, ਪਰ ਜਿਹੜੀ ਸਾਰੇ ਪਾਸੇ ਹੀ ਜਿਵੇਂ ਸਿਚੁਏਸ਼ਨ ਖ਼ਰਾਬ ਹੋ ਰਹੀ ਹੈ। ਜੇ ਆਪਾਂ ਗੱਲ ਕਰੀਏ ਜੀ ਵੀ ਜਿਹੜੇ ਸੀਰੀਅਸ ਕੰਡੀਸ਼ਨ ਦੇ ਵਿੱਚ ਆ ਉਹ ਵੀ ਤਕਰੀਬਨ 3000 ਦੇ ਨੇੜੇ ਤੇੜੇ ਪਹੁੰਚ ਚੁੱਕੇ ਆ। ਅਤੇ ਜਿਹੜੇ ਐਕਟਿਵ ਕੇਸ ਅੱਜ ਤੋਂ ਜਿਵੇਂ ਜੀ ਹਫ਼ਤਾ ਪਹਿਲਾਂ ਗੱਲ ਕਰੀਏ ਤਾਂ ਇਹ 4 ਲੱਖ ਕੁਛ ਸੀਗੇ, ਅਤੇ ਹੁਣ 5 ਲੱਖ ਤੋਂ ਉੱਪਰ ਜਿਹੜੇ ਕਿ ਐਕਟਿਵ ਕੇਸ ਹੋ ਚੁੱਕੇ ਆ।
ਤੇ ਇਹੀ ਸੀਗੀ ਅੱਜ ਦੀ ਜਿਹੜੀ ਆਪਣੀ ਅਪਡੇਟ ਛੋਟੀ ਜਿਹੀ, ਤੇ ਆਪਾਂ ਮਿਲਦੇ ਹਾਂ ਜੀ ਫਿਰ ਤੁਹਾਨੂੰ ਕੱਲ੍ਹ ਦੀ ਅਪਡੇਟ ਦੇ ਨਾਲ। ਤੇ ਠੀਕ ਆ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।